Dear students, ਅੱਜ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇੰਗਲਿਸ਼ ਦੀ ਕਿਤਾਬ ਵਿੱਚੋਂ ਲੈਸਨ ਨੰਬਰ 1 ਇੰਗਲਿਸ਼ ਸਬਜੈਕਟ ਵੈਲਿਊ ਆਫ ਮਨੀ ਨੂੰ ਰੀਡ ਕਰਾਂਗੇ। ਇਸ ਚੈਪਟਰ ਨੂੰ ਆਪਾਂ ਲਾਈਨ ਬਾਈ ਲਾਈਨ ਐਕਸਪਲੇਨ ਕਰਾਂਗੇ ਅਤੇ ਹਰ ਇੱਕ ਡਿਫਿਕਲਟ ਵਰਡ ਦਾ ਮੀਨਿੰਗ ਵੀ ਤੁਹਾਨੂੰ ਦੇਵਾਂਗੇ। ਸੋ ਆਜੋ ਬੱਚੋ ਰੀਡ ਕਰਦੇ ਹਾਂ ਚੈਪਟਰ ਵੈਲਿਊ ਆਫ ਮਨੀ। ਵੈਲਿਊ ਆਫ ਮਨੀ ਯਾਨੀ ਪੈਸੇ ਦੀ ਕੀਮਤ। I was 14 when I learned the value of money. ਮੇਰੀ ਉਮਰ 14 ਸਾਲ ਸੀ ਜਦੋਂ ਮੈਂ ਪੈਸੇ ਦੀ ਕੀਮਤ ਨੂੰ ਜਾਣਿਆ। I wanted to get myself a new computer. ਮੈਨੂੰ ਆਪਣੇ ਲਈ ਇੱਕ ਨया ਕੰਪਿਊਟਰ ਚਾਹੀਦਾ ਸੀ। Although ਜਦਕਿ there was nothing wrong with the computer I was already using. ਮੇਰੇ ਕੋਲ ਇੱਕ already ਪਹਿਲੇ ਤੋਂ ਸ਼ੁਰੂ ਤੋਂ ਕੰਪਿਊਟਰ ਸੀ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਸੀ, ਫਿਰ ਵੀ ਮੈਨੂੰ ਇੱਕ ਨया ਕੰਪਿਊਟਰ ਚਾਹੀਦਾ ਸੀ। It was summer break. गर्मियां दियां छुट्टियां सी and I had been watching a lot of TV. मैं बहुत TV देखदा सी. There was this one advertisement that would pop up on screen all the time. बार-बार एक advertisement TV ते आ रही सी, यानी कि मशहूरी बार-बार आ रही सी. It was for the latest Bell computer. ਉਹ ਐਡ ਦੇ ਵਿੱਚ ਇੱਕ ਨया Bell computer launch ਹੋਇਆ ਸੀ। ਉਸ ਦੀ ਐਡ ਸੀ it had fastest processor. ਉਹਦਾ ਪ੍ਰੋਸੈਸਰ ਬਹੁਤ ਫਾਸਟ ਸੀ ਐਂਡ ਅਨਬਿਲੀਵੇਬਲੀ ਹਾਈ ਸਟੋਰੇਜ। ਉਹਦੀ ਸਟੋਰੇਜ ਵੀ ਬਹੁਤ ਹਾਈ ਸੀ ਅਮੰਗ ਮੈਨੀ ਅਦਰ ਫੀਚਰਸ। ਹੋਰ ਵੀ ਉਸਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਸੀ। ਐਵਰੀ ਟਾਈਮ ਆਈ ਸੌ ਇਟ, ਜਦ ਵੀ ਮੈਂ ਉਸ ਐਡ ਨੂੰ ਦੇਖਦਾ, ਆਈ ਵਾਜ਼ ਇੰਟਰੀਗਡ, ਮੈਨੂੰ ਉਹ ਐਡ ਬਹੁਤ ਦਿਲਚਸਪ ਲੱਗਦੀ। ਆਈ ਵੁੱਡ ਗੋ ਆਨਲਾਈਨ, ਮੈਂ ਆਨਲਾਈਨ ਜਾਂਦਾ ਐਂਡ ਵਾਚ ਪੀਪਲ ਰਿਵਿਊਇੰਗ ਦ ਕੰਪਿਊਟਰ just to find out more about its feature. ਲੋਕਾਂ ਦੇ ਰਿਵਿਊ ਚੈੱਕ ਕਰਦਾ ਤੇ ਪਤਾ ਕਰਦਾ ਉਹਦੇ ਹੋਰ ਕਿਹੜੇ-ਕਿਹੜੇ ਫੀਚਰਸ ਹੈਗੇ ਨੇ। I would read articles about its feature. ਉਹਦੇ ਫੀਚਰਸ ਤੋਂ ਜੁੜੇ ਹੋਏ ਮੈਂ ਆਰਟੀਕਲਸ ਪੜ੍ਹਦਾ in tech magazine. It appeared to be an ultimate computer. ਮੈਨੂੰ ਇੰਜ ਲੱਗਦਾ ਇਹ the best computer ਹੈ ਮੇਰੇ ਲਈ। while ਜਦਕਿ the limitation of my own computer made me unhappy. ਮੇਰੇ ਆਪਣੇ ਹੀ ਕੰਪਿਊਟਰ 'ਚ ਜਿਹੜੀਆਂ ਕਮੀਆਂ ਸੀ ਉਸ ਕਰਕੇ ਮੈਂ ਨਾ ਖੁਸ਼ ਸੀ। ਬਟ my parents refused to buy me the computer when I was asked them about it. ਜਦੋਂ ਮੈਂ ਆਪਣੇ ਪੈਰੈਂਟਸ ਨੂੰ ਉਹ ਕੰਪਿਊਟਰ ਖਰੀਦਣ ਲਈ ਕਿਹਾ ਤਾਂ ਉਹਨਾਂ ਨੇ ਮੈਨੂੰ ਉਹ ਕੰਪਿਊਟਰ ਲੈ ਕੇ ਦੇਣ ਤੋਂ ਮਨਾ ਕਰ ਦਿੱਤਾ। Looking back now, I probably did not even need all those extra features. ਮੈਂ ਦੇਖਿਆ ਆਪਣੇ ਪੁਰਾਣੇ ਕੰਪਿਊਟਰ ਨੂੰ ਤੇ ਪ੍ਰੋਬੇਬਲੀ ਮਤਲਬ ਸ਼ਾਇਦ ਮੈਨੂੰ ਕਿਸੇ ਵੀ ਐਕਸਟਰਾ ਫੀਚਰ ਦੀ ਆਪਣੇ ਕੰਪਿਊਟਰ 'ਚ ਜ਼ਰੂਰਤ ਨਹੀਂ ਸੀ। I could do everything I wanted to do on my own computer. ਜੋ ਮੇਰੇ ਕੋਲ ਪੁਰਾਣਾ ਕੰਪਿਊਟਰ ਸੀ ਮੈਂ ਉਹਦੇ ਉੱਤੇ ਉਹ ਸਭ ਕੁਝ ਕਰ ਸਕਦਾ ਸੀ without running into any issues. ਕੋਈ ਪ੍ਰੋਬਲਮ ਨਹੀਂ ਸੀ। ਬਟ ਦ ਕੰਜ਼ਿਊਮਰਿਸਟ, ਮੇਰੇ ਅੰਦਰ ਜਿਹੜਾ ਇੱਕ ਗ੍ਰਾਹਕ ਸੀਗਾ in me seemed to think otherwise. ਉਹਦੀ ਸੋਚ ਕੁਝ ਹੋਰ ਸੀ। After a while, ਕੁਝ ਸਮੇਂ ਬਾਅਦ my parents noticed how obsessed I was with this new computer. ਉਹਨਾਂ ਨੇ ਦੇਖਿਆ ਕਿ ਮੇਰੇ ਪੈਰੈਂਟਸ ਨੇ ਕਿ ਮੈਨੂੰ ਨਵੇਂ ਕੰਪਿਊਟਰ ਨੂੰ ਲੈ ਕੇ ਬਹੁਤ ਜਨੂਨ ਹੈ। So they decided to give me a chance to earn it. ਉਹਨਾਂ ਨੇ ਮੈਨੂੰ ਮੌਕਾ ਦਿੱਤਾ ਤਾਂ ਕਿ ਮੈਂ ਉਸ ਮੌਕੇ ਨੂੰ ਕਮਾ ਸਕਾਂ। They told me if I started doing house chores, they would give me money for it. ਉਹਨਾਂ ਨੇ ਕਿਹਾ ਅਗਰ ਮੈਂ ਘਰ ਦੇ ਕੰਮ ਕਰੂੰਗਾ ਤਾਂ ਉਸ ਦੇ ਬਦਲੇ ਮੈਨੂੰ ਪੈਸੇ ਮਿਲਣਗੇ and I could save up until I had enough to buy the computer on my own. ਉਨੀ ਦੇਰ ਮੈਂ ਪੈਸੇ ਜੋੜ ਸਕਦਾ ਜਦ ਤੱਕ ਮੇਰੇ ਕੋਲ ਨਵਾਂ ਕੰਪਿਊਟਰ ਖਰੀਦਣ ਲਈ ਪੈਸੇ ਨਹੀਂ ਹੁੰਦੇ। It seemed like a good idea. ਇਹ ਆਈਡੀਆ ਮੈਨੂੰ ਬਹੁਤ ਪਸੰਦ ਆਇਆ and I jumped at the opportunity. ਮੈਂ ਉਸ ਮੌਕੇ ਨੂੰ ਸੰਭਾਲ ਲਿਆ, ਪਕੜ ਲਿਆ। The very next day, I started waking up early to make extra time to be able to do more chores. ਅਗਲੇ ਦਿਨ ਮੈਂ ਜਲਦੀ ਉੱਠਿਆ ਤਾਂ ਕਿ ਮੈਨੂੰ ਐਕਸਟਰਾ ਟਾਈਮ ਵਾਧੂ ਸਮਾਂ ਮਿਲ ਜਾਏ ਤਾਂ ਕਿ ਮੈਂ ਘਰ ਦੇ ਸਾਰੇ ਕੰਮ ਕਰ ਸਕਾਂ। I would do the dishes 3 times. Dishes ਮਤਲਬ ਭਾਂਡੇ ਧੋਣਾ। ਮੈਂ ਦਿਨ ਦੇ ਵਿੱਚ 3 ਵਾਰ ਭਾਂਡੇ ਧੋਂਦਾ। Take the garbage out. ਕੂੜਾ ਬਾਹਰ ਰੱਖਦਾ ਘਰ ਤੋਂ, ਮਤਲਬ ਬਾਹਰ ਜਿੱਥੇ ਵੀ ਉਹਨਾਂ ਨੇ ਫੈਂਕਣਾ ਸੁੱਟਣਾ ਉੱਥੇ ਸਿੱਟਿਆ ਹੁੰਦਾ। ਐਂਡ
ਦ lawn on the weekends, ਤੇ ਗਾਰਡਨ ਦੀ lawn ਦੀ ਉਹਦੀ ਕਟਾਈ ਵਗੈਰਾ ਕਰਦਾ। weekends, weekend ਮਤਲਬ ਸ਼ਨੀਵਾਰ ਇਤਵਾਰ। clean the whole house, ਪੂਰੇ ਘਰ ਦੀ ਸਫਾਈ ਕਰਦਾ। and wash the car whenever needed, ਤੇ ਕਾਰ ਨੂੰ ਵੀ ਧੋਂਦਾ ਜਦੋਂ ਵੀ ਉਹਦੀ ਜ਼ਰੂਰਤ ਹੁੰਦੀ। I was working tirelessly every day, ਮੈਂ ਹਰ ਰੋਜ਼ ਪੂਰੀ ਮਿਹਨਤ ਨਾਲ ਕੰਮ ਕਰਦਾ। until, ਉਦੋਂ ਤੱਕ my body was sore just to wake up the next day, ਦਿਨ ਦੇ ਅੰਤ ਵਿੱਚ ਮੈਂ ਪੂਰੀ ਤਰ੍ਹਾਂ ਥੱਕ ਜਾਂਦਾ ਤੇ ਇਹੀ ਸੋਚਦਾ ਅਗਲੇ ਦਿਨ ਫਿਰ ਉੱਠ ਕੇ ਮੈਨੇ ਸਭ ਕੰਮ ਦੁਬਾਰਾ ਕਰਨਾ ਹੈ। eventually, ਅੰਤ ਵਿੱਚ I got used to it, ਹੁਣ ਹੌਲੀ ਹੌਲੀ ਜੋ ਸੀ ਮੈਨੂੰ ਆਦਤ ਪੈ ਗਈ ਸੀ ਸਭ ਕੰਮ ਕਰਨ ਦੀ। it become easier, ਮੇਰੇ ਲਈ ਬਹੁਤ ਆਸਾਨ ਹੋ ਗਿਆ ਸੀ। I also got more efficient at it, ਹੁਣ ਮੈਂ ਕੰਮ ਨੂੰ ਪਹਿਲੇ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਦਾ ਸੀ। and soon I was doing everything a lot quicker, ਤੇ ਹੁਣ ਕੰਮ ਵੀ ਮੈਂ ਬਹੁਤ ਜਲਦੀ ਕਰ ਲੈਂਦਾ ਸੀ। as I got quicker, ਕੰਮ ਜਲਦੀ ਕਰਨ ਕਰਕੇ I started having more free time, ਮੈਨੂੰ ਜ਼ਿਆਦਾ ਸਮਾਂ ਜਿਹੜਾ ਸੀ ਉਹ ਖਾਲੀ ਮਿਲਦਾ। and didn't really know what to do with it, ਉਸ ਖਾਲੀ ਸਮੇਂ 'ਚ ਮੈਨੂੰ ਨਹੀਂ ਪਤਾ ਸੀ ਕਿ ਮੈਂ ਕੀ ਕਰਾਂ। ਸੋ ਇਸ ਕਰਕੇ ਮੈਂ ਆਪਣੇ ਪਿਤਾ ਜੀ ਕੋਲ ਗਿਆ। ਮੈਂ ਉਹਨਾਂ ਨੂੰ ਕਿਹਾ, ਪਲੀਜ਼ ਡੈਡ, ਇਜ਼ ਦੇਅਰ ਐਨੀਥਿੰਗ ਐਲਸ ਯੂ ਨੀਡ ਹੈਲਪ ਵਿਦ, ਕੀ ਤੁਹਾਨੂੰ ਕਿਸੇ ਹੋਰ ਕੰਮ ਵਿੱਚ ਮੇਰੀ ਮਦਦ ਦੀ ਜ਼ਰੂਰਤ ਹੈ। I am willing, willing ਮਤਲਬ ਮੈਂ ਤਿਆਰ ਹਾਂ, to do anything, ਕੁਝ ਵੀ ਕਰਨ ਲਈ। just lay it on me, ਮੇਰੇ ਉੱਤੇ ਕੰਮ ਜਿਹੜਾ ਛੱਡ ਦੋ। give me more chores, ਮੈਨੂੰ ਹੋਰ ਕੰਮ ਦਿੱਤੇ ਜਾਣ। I remember pleading with dad, ਮੈਂ ਅੱਜ ਵੀ ਯਾਦ ਕਰਦਾ ਕਿ ਕਿਸ ਤਰ੍ਹਾਂ ਮੈਂ ਆਪਣੇ ਪਿਤਾ ਤੋਂ ਉਹ ਸਾਰੇ ਕੰਮ ਰਿਕੁਐਸਟ ਕਰਕੇ ਪਲੀਡ ਕਰਕੇ ਮੰਗਦਾ ਸੀਗਾ। I was obsessed, ਮੇਰੇ ਅੰਦਰ ਬਹੁਤ ਹੀ ਜ਼ਿਆਦਾ ਜਨੂਨ ਭਰਿਆ ਹੋਇਆ ਸੀ ਉਸ ਬੈਲ ਕੰਪਿਊਟਰ ਨੂੰ ਲੈ ਕੇ। any free time I had, ਜਦੋਂ ਵੀ ਮੇਰੇ ਕੋਲ ਥੋੜਾ ਖਾਲੀ ਸਮਾਂ ਹੁੰਦਾ, I wanted to fill it with more work, ਮੈਨੂੰ ਸੀਗਾ ਮੈਂ ਹੋਰ ਤੋਂ ਹੋਰ ਜ਼ਿਆਦਾ ਕੰਮ ਕਰਾਂ ਤੇ ਤਾਂ ਕਿ ਮੈਨੂੰ more money, ਹੋਰ ਪੈਸੇ ਮਿਲ ਸਕਣ। but the summer break was almost over, ਹੁਣ ਗਰਮੀ ਦੀਆਂ ਛੁੱਟੀਆਂ ਜਿਹੜੀਆਂ ਸੀ ਉਹ ਖਤਮ ਹੋਣ ਵਾਲੀਆਂ ਸੀ। and I knew I would have less time, ਮੈਨੂੰ ਪਤਾ ਸੀ ਕਿ ਹੁਣ ਮੇਰੇ ਕੋਲ ਬਹੁਤ ਘੱਟ ਸਮਾਂ ਰਹਿ ਚੁੱਕਿਆ ਹੈ। once I started going to school again, ਜਦੋਂ ਮੈਂ ਸਕੂਲ ਚਲੇ ਗਿਆ ਤਾਂ ਘਰ ਦਾ ਕੰਮ ਕਰਨ ਲਈ ਸਮਾਂ ਨਹੀਂ ਮਿਲਣਾ, ਤਾਂ ਮੈਂ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਦਾ। so I wanted to work as much as possible during the break. it took me a few months, ਕੁਝ ਮਹੀਨੇ ਲੱਗ ਗਏ, but I eventually, ਅੰਤ ਦੇ ਵਿੱਚ, summed up enough to buy myself the Bell computer. Bell computer ਖਰੀਦਣ ਲਈ ਮੇਰੇ ਕੋਲ ਪੈਸੇ ਇਕੱਠੇ ਹੋ ਚੁੱਕੇ ਸੀ। It was a week before my birthday. week ਮਤਲਬ ਹਫਤਾ, ਇੱਕ ਹਫਤਾ before, ਪਹਿਲੇ ਮੇਰੇ ਬਰਥਡੇ ਤੋਂ ਇੱਕ ਹਫਤਾ ਪਹਿਲੇ। I went to the Bell Center, ਮੈਂ Bell Center ਗਿਆ to place an order. ਨਵੇਂ ਕੰਪਿਊਟਰ ਲਈ ਆਰਡਰ ਪਲੇਸ ਕਰਨਾ ਸੀ ਤਾਂ ਮੈਂ ਗਿਆ। I knew it, ਮੈਨੂੰ ਪਤਾ ਸੀ it would take at least a week, ਮੈਨੂੰ ਸੀਗਾ ਕਿ ਮੈਨੂੰ ਆਰਡਰ ਐਡਵਾਂਸ 'ਚ ਦੇਣਾ ਪਊਗਾ। ਹੋ ਸਕਦਾ ਸੈਂਟਰ ਦੇ ਵਿੱਚ ਜਿਹੜਾ ਹੈਗਾ ਵਾ ਉਹ ਬੈਲ ਕੰਪਿਊਟਰ ਅਵੇਲੇਬਲ ਹੀ ਨਾ ਹੋ। to get it in case it was out of stock, ਤਾਂ ਕਿ ਐਡਵਾਂਸ ਬੁਕਿੰਗ ਕਰਦਾ ਉਹਨੂੰ ਟਾਈਮ ਤੇ ਜਿਹੜੀ ਇਹ ਡਿਲੀਵਰੀ ਮਿਲ ਜਾਏ। I walked in, ਮੈਂ ਅੰਦਰ ਗਿਆ ਸੈਂਟਰ ਦੇ and went straight to the employee, ਕਰਮਚਾਰੀ ਕੋਲ ਗਿਆ। sitting behind the front desk, ਜਿਹੜਾ front desk ਦੇ ਪਿੱਛੇ ਬੈਠਾ ਹੋਇਆ ਸੀ। to ask if the computer was available, ਉਹਨੂੰ ਮੈਂ ਪੁੱਛਿਆ ਕਿ ਕੰਪਿਊਟਰ ਅਵੇਲੇਬਲ ਹੈ। oh, you need not to buy that, ਉਸ ਕਰਮਚਾਰੀ ਨੇ ਮੈਨੂੰ ਕਿਹਾ ਕਿ ਕੰਪਿਊਟਰ ਖਰੀਦਣ ਦੀ ਜ਼ਰੂਰਤ, ਬੈਲ ਕੰਪਿਊਟਰ ਖਰੀਦਣ ਦੀ ਜ਼ਰੂਰਤ ਨਹੀਂ ਹੈ। we have another one coming out soon, ਸਾਡੇ ਕੋਲ ਇੱਕ ਨਵਾਂ ਮਾਡਲ ਹੋਰ ਆ ਰਿਹਾ ਹੈ। it is faster and has double the storage, he said, ਉਹਨੇ ਕਿਹਾ ਕਿ ਹੁਣ ਉਹ ਬੈਲ ਕੰਪਿਊਟਰ ਤੋਂ ਵੀ ਜ਼ਿਆਦਾ ਫਾਸਟਰ ਤੇ ਉਹਦੀ ਸਟੋਰੇਜ ਵੀ ਡਬਲ ਹੈ। I got excited for a bit, ਮੈਨੂੰ ਬਹੁਤ ਐਕਸਾਈਟਮੈਂਟ ਹੋਈ, ਖੁਸ਼ੀ ਹੋਈ। before he told me how much it would cost, ਜਦੋਂ ਉਹਨੇ ਮੈਨੂੰ ਉਹਦਾ ਅਮਾਉਂਟ ਦੱਸਿਆ, ਉਹਦੀ ਪ੍ਰਾਈਸ ਦੱਸੀ, ਤਾਂ ਮੈਨੂੰ ਮਹਿਸੂਸ ਹੋਇਆ, I realized I would need another 2 months of doing chores to be able to afford it, ਮੈਨੂੰ 2 ਮਹੀਨੇ ਹੋਰ ਕੰਮ ਕਰਨਾ ਪਏਗਾ ਤਾਂ ਕਿ ਉਹ ਕੰਪਿਊਟਰ ਮੈਂ ਖਰੀਦ ਸਕਾਂ। this is when I realized how fast technology changes, ਇਹ ਉਹ ਪਲ ਸੀ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਟੈਕਨੋਲੋਜੀ ਬਹੁਤ ਜਲਦੀ ਬਦਲਦੀ ਹੈ। and no matter how good a machine is, ਚਾਹੇ ਮਸ਼ੀਨ ਕਿੰਨੀ ਵੀ ਵਧੀਆ ਕਿਉਂ ਨਾ ਹੋ,
ਕਿਉਂਕਿ ਹੁਣ ਤੱਕ ਤਾਂ ਉਹਨੂੰ ਬੈਲ ਕੰਪਿਊਟਰ 'ਚ ਕੋਈ ਕਮੀ ਨਹੀਂ ਮਹਿਸੂਸ ਹੋ ਰਹੀ ਸੀ, ਬਟ ਇੱਕ ਹੋਰ ਨਵਾਂ ਕੰਪਿਊਟਰ ਔਨ ਕਰਕੇ ਹੁਣ ਉੱਥੇ ਕੀ ਹੋ ਗਿਆ ਸੀਗਾ, ਪੁਰਾਣਾ ਹੋ ਗਿਆ ਸੀ। देयर विल ऑलवेज बी अ बैटर फास्टर मॉडल इन द मार्केट। ਉਹਨੂੰ ਮਹਿਸੂਸ ਹੋਇਆ ਕਿ ਮਾਰਕੀਟ 'ਚ ਹਮੇਸ਼ਾ ਨਵੇਂ-ਨਵੇਂ ਫਾਸਟਰ ਮਾਡਲ ਆਉਂਦੇ ਹੀ ਰਹਿਣਗੇ, ਬਟ ਯੂ ਫੁਲੀ ਗੈਟ ਯੂਜ਼ਡ ਟੂ ਦ 올ਡ ਵਨ ਯੂ ਜਸਟ ਗॉट। ਬਟ ਸਾਨੂੰ ਜਿਹੜਾ ਹੈਗਾ ਜੋ ਮਸ਼ੀਨਰੀ ਜੋ ਮਾਡਲ ਖੁਦ ਕੋਲ ਹੋਣਾ ਚਾਹੀਦਾ ਹੈ, ਸਾਨੂੰ ਉਹਦੀ ਵਰਤੋਂ ਜਿਹੜੀ ਹੈ ਕਰਨੀ ਚਾਹੀਦੀ ਹੈ ਜਦ ਤੱਕ ਉਹ ਸਾਨੂੰ ਪੂਰੀ ਤਰ੍ਹਾਂ ਕੰਮ ਦੇ ਰਿਹਾ ਹੈ। I decided that every moment not to buy that very moment not to buy the computer। मैं उसी पल डिसाइड कर लिया कि हुण मैं कंप्यूटर नहीं खरीदना। Since I didn't want to spend my hard earned money, मैं अपनी ਜਿਹੜੀ ਬਹੁਤ ਮਿਹਨਤ ਨਾਲ ਹਾਰਡ अर्नड ਬਹੁਤ ਮਿਹਨਤ ਨਾਲ ਕਮਾਏ ਹੋਏ ਪੈਸੇ ਜਿਹੜੇ ਸੀਗੇ ਉਹ ਸਪੈਂਡ ਨਹੀਂ ਕਰਨਾ ਚਾਹੁੰਦਾ ਸੀ ਔਨ ਸਮਥਿੰਗ, ਉਸ ਚੀਜ਼ ਦੇ ਉੱਤੇ that would go down in value within no time, ਜਿਹੜੀ ਕੁਛ ਹੀ ਸਮੇਂ ਦੇ ਵਿੱਚ ਉਸਦੀ ਜਿਹੜੀ ਕੀਮਤ ਹੈ ਉਹ ਘਟ ਜਾਏਗੀ। I ended up, ਸੋ ਮੈਂ ਇਸ ਚੀਜ਼ ਨੂੰ ਅੰਤ ਕੀਤਾ ਕਿਵੇਂ, ਇਨਵੈਸਟਿੰਗ all of it in a saving account। ਮੈਂ ਆਪਣੇ ਸੇਵਿੰਗ ਅਕਾਊਂਟ ਬੈਂਕ ਦੇ ਇੱਕ ਖਾਤੇ ਦੇ ਵਿੱਚੋਂ ਸਾਰੇ ਪੈਸੇ ਜਮ੍ਹਾਂ ਕਰਾ ਦਿੱਤੇ। this is how I learned the value of money। ਇਸ ਤਰ੍ਹਾਂ ਮੈਨੂੰ ਪੈਸੇ ਦੀ ਕੀਮਤ ਦੇ ਬਾਰੇ ਪਤਾ ਲੱਗਿਆ। ਦੇਖੋ ਪਿਆਰੇ ਬੱਚੋ ਕਿ ਪੈਸਾ ਜੋ ਹੈ ਉਹ ਬਹੁਤ ਮਿਹਨਤ ਨਾਲ ਕਮਾਇਆ ਜਾਂਦਾ ਹੈ, ਉਹਨੂੰ ਉੱਥੇ ਹੀ ਖਰਚ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਉਹਦੀ ਜ਼ਰੂਰਤ ਹੈ। ਇਹ ਚੈਪਟਰ ਜਿਹੜਾ ਹੈ ਤੁਹਾਨੂੰ ਮੈਂ ਲਾਈਨ ਟੂ ਲਾਈਨ ਐਕਸਪਲੇਨ ਕਰਿਆ। ਫਿਰ ਵੀ ਅਗਰ ਕੋਈ ਡਾਊਟ ਹੈ, ਕੋਈ ਵਰਡ ਦਾ ਮੀਨਿੰਗ ਨਹੀਂ ਸਮਝ ਆਇਆ, ਪਲੀਜ਼ ਕਮੈਂਟ ਦੇ ਵਿੱਚ ਮੈਨੂੰ ਮੈਸੇਜ ਕਰ ਦਿਓ, ਮੈਂ ਜ਼ਰੂਰ ਤੁਹਾਡੇ ਸਵਾਲਾਂ ਦੇ ਜਵਾਬ ਦਊਂਗੀ। ਧੰਨਵਾਦ।